हाँ बच्चे 8.2 एक्सरसाइज अपनी 8.2 ਦੇ ਵਿੱਚ ਇੱਕ ਟੇਬਲ ਯੂਜ਼ ਹੁੰਦਾ ਹੈ। ਉਹ ਟੇਬਲ ਕਿਸ ਤਰ੍ਹਾਂ ਬਣਾਇਆ ਜਾਂਦਾ ਹੈ ਆਪਣੇ ਕੋਲੇ ਐਕਸਰਸਾਈਜ਼ 8.2 ਤੋਂ ਪਹਿਲਾਂ 8.2 ਤੋਂ ਪਹਿਲਾਂ ਇੱਕ ਟੇਬਲ ਬਣਦਾ ਹੈ। ਉਹ ਟੇਬਲ ਨੂੰ ਧਿਆਨ ਰੱਖਣਾ ਵੀ ਕਿਵੇਂ ਬਣਦਾ, ਉਹ ਕਿਵੇਂ ਯਾਦ ਰੱਖਿਆ ਜਾ ਸਕਦਾ। ਟੇਬਲ ਦੇ ਵਿੱਚ ਕੀ ਅਸੀਂ ਇਧਰਲੇ ਪਾਸੇ ਸਾਡੇ ਰੇਸ਼ੋ ਲਿਖਾਂਗੇ ਸੀ sin, ਅੱਗੇ ਹੁੰਦਾ ਸਾਡੇ ਕੋਲੇ cos, ਉਸ ਤੋਂ ਬਾਅਦ ਹੁੰਦਾ ਸਾਡੇ ਕੋਲੇ tan ਤੋਂ ਬਾਅਦ ਅਸੀਂ cot ਤੋਂ secant ਤੋਂ cosecant, ठीक है। एंगल नहीं मैं लिखा था, एंगल की है साडा असली एंगल इथे लिखांगे ए, इन्हां दा कोण है जेड़ा थीटा कहते हैं जिसਨੂੰ ਅਸੀਂ ਉਹ a है। थीटा साडा कितना कितना हो सकदा, ਸਾਨੂੰ किने किने दी वैल्यू याद होनी है। थीटा हो सकदा साडा 0 डिग्री, मतलब sin 0 दी वैल्यू, ठीक है। थीटा हो सकदा साडे कोल 30 डिग्री, sin 30 दी वैल्यू। थीटा हो सकदा साडे कोल 45 डिग्री, sin 45 दी वैल्यू ਦਾ मतलब, ठीक है। थीटा हो सकदा साडे कोल 60 डिग्री, थीटा हो सकदा साडे कोल 90 डिग्री। ਇਹਨਾਂ ਤੱਕ ਦੇ मान ਸਾਨੂੰ याद करने ਪੈਣੇ ਇਹ, ਤਾਂ ਕਿ ਇਸ ਦੇ ਵਿੱਚ फटाफट सवाल ਦੇ ਵਿੱਚ ਖੁਦ ਕਰ ਸਕੀਏ ਜਾਂ ਵੈਲਿਊ ਦੀ ਇੰਪਲੀਮੈਂਟ ਕਰ ਸਕੀਏ। ਤਾਂ sin a ਕਿੰਨਾ ਸਾਡੇ ਕੋਲੇ 0 डिग्री। ਜੇਕਰ a 0 डिग्री ਹੋਵੇ ਤਾਂ sin ਦੀ ਵੈਲਿਊ ਕੀ ਹੋਊਗੀ। ਤਾਂ ਇਸ ਨੂੰ ਬਣਾਉਣ ਵਾਸਤੇ ਅਸੀਂ ਇੱਕ ਛੋਟਾ ਜਿਹਾ ਜੋ ਮਤਲਬ ਮੈਥਡ ਬਣਾਉਣੇ ਵੀ ਕਿਸ ਤਰ੍ਹਾਂ ਲਿਖਿਆ ਜਾਵੇ ਇਹਨਾਂ ਨੂੰ ਕਰਨ ਵਾਸਤੇ ਅਸੀਂ मैं तो पहला sin की जगह लिख देना हूं, फिर साफ करना है फॉर्म। पहला लिखो इतने 0 1 2 3 4 गिनती लिखनी 4 तक भागे वही 4 इन्हां दे बटे च बटा 4 सारे दे बटे 4। क्लियर, सारे का वर्गमूल कर दो। ध्यान रखियो 0 तो शुरू करना सी, 0 1 2 3 4 तक लिख के बड़े च भी सारे दे 4 सारे दे उत्ते वर्गमूल का निशान। इन्होंने थोड़ा सॉल्व कर लिए, हल कर लिए की बनता है। 0 बटा बेटा कुछ भी होवे 0 होता है, 0 बटा कुछ भी 0 होता है। यानी कि पहली वैल्यू इन्होंने हल करिए साडे कोल की आ जाएगी 0। जे 0 बटा 4 ਨੂੰ ਅਸੀਂ सॉल्व करिए ना तो साडे कोल की आ जाना है 0। यानी कि sin 0 की वैल्यू आ गई। ਇਹਨੂੰ ਹੱਲ ਕਰੀਏ, 1 ਦਾ ਵਰਗਮੂਲ ਤਾਂ ਹੁੰਦਾ 1 ਹੀ, ਤੇ 4 ਦਾ ਵਰਗਮੂਲ ਕਿੰਨਾ ਦਾ 2, ਮਤਲਬ ਇਹਦੀ ਵੈਲਿਊ ਸਾਡੇ ਕੋਲ ਕਿੰਨੀ ਆ ਗਈ 1/2। ਇਹ sin 30 ਦੀ ਵੈਲਿਊ ਆ ਗਈ, ਕਿਤੇ sin 30 ਡਿਗਰੀ ਲਿਖੇ ਨਾ ਉਹਦੀ ਵੈਲਿਊ ਭਰ ਸਕਦੇ ਅਸੀਂ 1/2। ਇਸ ਤਰ੍ਹਾਂ ਹੀ 45 ਇਹਨੂੰ ਕੱਟ ਲਓ, 2 1 2 2 2 4 1/2 ਹੋ ਗਿਆ ਨਾ। 1 ਦਾ ਵਰਗਮੂਲ ਤਾਂ 1 ਹੀ ਹੁੰਦਾ ਤੇ 2 ਦਾ ਵਰਗਮੂਲ ਸਾਨੂੰ ਪਤਾ ਨਹੀਂ ਤਾਂ ਉਹਨੂੰ ਵਰਗਮੂਲ 2 ਹੀ ਲਿਖ ਦਾਂਗੇ। 1/2 2 1/2 2 ਇਹਦੀ ਵੈਲਿਊ। क्लियर, आप कट्टे नहीं जाते कोई दिक्कत नहीं। 4 का वर्गमूल पता सानू 2 होता है, ऐसे हम लिख देंगे वर्गमूल 3/4, वर्गमूल 3/4। 3 का वर्गमूल नहीं पता था, वर्गमूल का निशान पे आते 4 सॉरी नीचे 2, 4 का वर्गमूल कितना था 2 है ना। इन्होंने कैंसिल कर दे, 4 में 4 कट गई 1 1/1, 1 का वर्गमूल 1 ही होता है। ਇਹਦਾ मतलब ਇਹਦੀ ਵੈਲਿਊ ਕਿੰਨੀ ਆ ਗਈ ਸਾਡੇ ਕੋਲੇ 1। ਤਾਂ ਸਾਡੇ ਕੋਲੇ ਪਹਿਲੀ ਲਾਈਨ ਬਣ ਗਈ ਸਾਡੇ ਕੋਲੇ। ਧਿਆਨ ਨਾਲ ਜਿਹੜਾ ਆਪਾਂ ਸਿਸਟਮ ਲਾਇਆ ਸੀ ਉਹਦੇ ਨਾਲ ਸਾਡੀ ਪਹਿਲੀ ਲਾਈਨ ਦੀ ਵੈਲਿਊ ਆ ਗਈ ਸਾਰੀ। sin 0 ਦੀ ਵੈਲਿਊ ਆ ਗਈ, sin 30 ਦੀ ਵੈਲਿਊ ਆ ਗਈ, sin 45 ਦੀ ਵੈਲਿਊ ਆ ਗਈ, sin 60 ਦੀ ਵੈਲਿਊ ਆ ਗਈ, sin 90 ਦੀ ਵੈਲਿਊ ਆ ਗਈ। ਇਸ ਤੋਂ ਬਾਅਦ ਅਸੀਂ ਵੈਲਿਊ ਲਿਖਣੀ ਹੈ cos ਦੀ। cos ਦੀ ਵੈਲਿਊ ਲਿਖੀਏ ਜੀ ਅਸੀਂ cos a ਜੇ ਸਾਡਾ 0 ਡਿਗਰੀ ਹੋਵੇ ਤਾਂ ਇਹਦੀ ਵੈਲਿਊ ਕੀ ਹੋਊਗੀ। ਤਾਂ cos ਦੀ ਵੈਲਿਊ ਲਿਖਣ ਵਾਸਤੇ ਅਸੀਂ ਕੀ ਕਰਨਾ ਹੈ, sin ਨੂੰ ਪੁੱਠਾ ਲਿਖ ਦੇਣਾ। ਉਹ ਲਾਸਟ ਇੱਕ ਹੈ, ਇੱਥੇ ਇੱਕ ਲਿਖ ਦਿਓ। फिर क्या रूट 3/2 है तो 3/2 आ वाला है, फिर आ वाला 1/√2, फिर आ 1/2, फिर जी। ये साडी cos दी वैल्यू है, याद करने की जरूरत नहीं, sin ਨੂੰ ਪੁੱਠਾ ਲਿਖ ਦਿਓ। क्लियर, ਅੱਗੇ ਸਾਡਾ tan ਦੀ ਵੈਲਿਊ ਕੱਢਣੀ ਹੈ ਤਾਂ ਸਾਡੇ ਕੋਲ ਕੀ ਹੁੰਦਾ ਹੈ, tan ਹੁੰਦਾ ਸਾਡੇ ਕੋਲ sin ਬਟਾ cos। tan ਦਾ ਫਾਰਮੂਲਾ sin θ ਬਟੇ cos θ ਹੁੰਦਾ ਹੈ। tan θ ਬਰਾਬਰ sin θ ਬਟੇ cos θ। ਤਾਂ tan a ਦੀ ਕੀ ਵੈਲਿਊ ਆ ਗਈ, tan a ਦੀ ਵੈਲਿਊ ਸਾਡੇ ਕੋਲੇ tan a ਦੀ ਵੈਲਿਊ ਲਿਖਣੀ ਹੈ ਨਾ, ਮਤਲਬ sin ਬਟਾ cos ਕਰ ਦਈਏ ਇਹਦੀ ਵੈਲਿਊ ਬਟੇ ਇਹਦੀ ਵੈਲਿਊ ਕਰ ਦਈਏ, ਯਾਨੀ ਕਿ 0/1 ਕਰ ਦਈਏ। 0 ਬਟਾ ਕੁਝ ਵੀ ਹੋਵੇ ਦੀ ਵੈਲਿਊ ਕਿੰਨੀ 0, ਠੀਕ ਹੈ। ਇਹਦੇ ਬਟਾ ਆ ਕਰ ਦਈਏ, ਇਹਦੇ ਬਟਾ ਆ ਕਰ ਦਈਏ। ਇਹਨੂੰ ਹੱਲ ਕਰਕੇ ਲਿਖੋ 1/2 √3/2। ਜੇ ਇੱਥੇ ਆਪਾਂ ਵੱਡੇ ਦਾ ਨਿਸ਼ਾਨ ਲਾ ਦਈਏ
ਤਾਂ ਵੱਡੇ ਦੇ ਵੱਡੇ ਵਾਲਾ ਕੱਟਿਆ ਜਾਂਦਾ ਹੁੰਦਾ। ਹੁਣ ਕਿਹਾ ਦੋ ਵੱਡੇ ਨੇ ਕੀ ਹੈ ਜੀ 1/√3 ਇੱਥੇ ਕੀ ਵੈਲਿਊ ਹੈਗੀ 1/√3 ਸਮਝੇ। ਇਹਦੇ ਵਟਾ ਕਰ ਦਿਓ ਬਟਾ ਸਾਰਾ ਸੇਮ ਹੀ ਹੈ ਕੱਟਿਆ ਜਾਊ ਵੈਲਿਊ ਕੀ ਆ ਜੂਗੀ 1। ਇਹਦੇ ਵਟਾ ਕਰ ਦਿਓ ਵੱਡੇ ਨਾਲ ਵੱਡੇ ਵਾਲਾ ਕੱਟਿਆ ਜਾਊ √3/1 ਜਾਂ √3 √3/1 ਲਿਖ ਦਿਓ ਜਾਂ √3 ਲਿਖ ਦਿਓ ਤਾਂ ਵੀ ਕੋਈ ਗੱਲ ਨਹੀਂ। ਅੱਗੇ 1/0 ਧਿਆਨ ਰੱਖੋ 1/0 ਜਿਹਦੇ ਬਟੇ 'ਚ 0 ਆ ਜਾਏ ਉਹਨੂੰ 0 ਨਹੀਂ ਲਿਖ ਸਕਦੇ ਸੀ। ਉਹ ਹੁੰਦਾ ਅਨਿਰਧਾਰਿਤ ਇਨਫਿਨਿਟੀ ਅਨਿਰਧਾਰਿਤ। ਧਿਆਨ ਨਾਲ ਯਾਦ ਰੱਖਣਾ ਇੱਥੇ ਕਨਫਿਊਜ਼ ਹੋ ਜਾਂਦਾ ਵੀ 1/0 ਅਨਿਰਧਾਰਿਤ ਹੈ ਕਿ 0/1 ਅਨਿਰਧਾਰਿਤ ਹੈ। ਤਾਂ ਇੱਕ ਛੋਟਾ ਜਿਹਾ ਮੈਂ ਤੁਹਾਨੂੰ ਕੋਡ ਦੱਸਦਾ ਵੀ ਕਿਸ ਤਰ੍ਹਾਂ ਯਾਦ ਰੱਖ ਸਕਦੇ ਹੋ। ਦੇਖੋ 0 ਕਿਸੇ ਦੇ ਉੱਪਰ ਆ ਜਾਏ ਰਾਜੇ ਕਿਸੇ ਵੀ ਅਕਸ਼ਰ ਦੇ ਉੱਪਰ ਆ ਜਾਏ 0 ਹੈ ਸਮਝੋ ਇੱਕ ਗੋਲਾ ਹੈ ਭਾਰੀ ਜਿਹਦੇ ਉੱਤੇ ਡਿੱਗ ਪਿਆ ਉਹਨੂੰ ਵੀ ਵਿੱਚ ਹੀ ਖਤਮ ਕਰ ਦਿੰਦਾ 0 ਹੀ ਬਣਾ ਦਿੰਦਾ ਸਾਰੇ ਪਾਸੇ। ਜਿਹਦੇ ਉੱਤੇ ਡਿੱਗ ਪਿਆ ਜਿਹਦੇ ਉੱਤੇ 0 ਹੈ ਉਹ ਸਾਰਿਆਂ ਨੂੰ ਹੀ 0 ਬਣਾ ਦਿੰਦਾ ਹੈ ਉਹ ਸਾਰਿਆਂ ਨੂੰ ਹੀ 0 ਬਣਾ ਦਿੰਦਾ ਹੈ ਠੀਕ ਹੈ। ਜੇ ਕਿਸੇ ਦੇ ਨੀਚੇ 0 ਹੈ ਦੇਖੋ ਉੱਤੇ 0 ਆ ਗਿਆ 0 ਬਟਾ ਕੁਝ ਵੀ ਤਾਂ 0 ਹੈ ਨਾ। ਜੇ 0 ਥੱਲੇ ਆ ਜਾਏ ਕਿਸੇ ਦੇ ਮੰਨ ਲਓ 5/0 ਆ ਜਾਏ 10/0 ਆ ਜਾਏ 1/0 ਆ ਜਾਏ 20/0 ਕੁਝ ਵੀ ਆ ਜਾਏ ਨੀਚੇ 0 ਆ ਜਾਏ ਉਹਨੂੰ ਕੀ ਕਰਦੇ ਆ ਦੇਖੋ ਨੀਚੇ 0 ਆ ਗੋਲ ਹੈ ਨਾ ਇਹਦੇ ਉੱਤੇ ਟਿਕਣਾ ਬਹੁਤ ਮੁਸ਼ਕਿਲ ਹੈ। ਤੇ ਜਿਵੇਂ ਡੰਡੀ ਹੈ ਨਾ ਉਹ ਡੋਲੇ ਖਾਉ ਲਿਖੂ ਆ ਜਾ ਇੱਧਰ ਜਾ ਇੱਧਰ ਹੈ ਨਾ। ਤੇ ਆ ਨਿਸ਼ਾਨ ਕੁਛ ਇਸ ਤਰ੍ਹਾਂ ਦਾ ਹੀ ਆਉਂਦਾ ਇਨਫਿਨਿਟੀ ਦਾ ਨਿਸ਼ਾਨ ਹੈ ਐ ਲੰਦਾ ਰਹੀ ਐਵੇਂ ਨਹੀਂ ਕਰੀਏ ਨਾ ਹੋਏ ਠੀਕ ਓਕੇ। ਅਗਲਾ ਦੱਸਦੇ ਆਪਾਂ ਫਿਰ 10 ਤੋਂ ਬਾਅਦ ਅੱਗੇ ਬੈਠੇ ਆਪਾਂ ਵੈਲਿਊ ਕੱਢਣੀ ਹੈ cot ਦੀ। ਤਾਂ cot a ਦੀ ਵੈਲਿਊ cot a ਮਤਲਬ a ਦੀ ਵੈਲਿਊ ਕਿੰਨੀ ਹੋ ਜਾਏ 0। ਜੇ cot 0 ਹੋਵੇ ਤਾਂ ਉਹਦੀ ਵੈਲਿਊ 10 ਦਾ ਪੁੱਠਾ ਹੁੰਦਾ cot 10 ਦਾ ਉਲਟਾ ਹੁੰਦਾ cot 10 ਨੂੰ ਪੁੱਠਾ ਲਿਖਣਾ ਸ਼ੁਰੂ ਕਰ ਦਿਓ। ਉਧਰ ਐ ਲੰਦਾ ਰਹੀ ਹੈ ਤਾਂ ਪਹਿਲਾਂ ਇਹਦੀ ਐ ਲੰਦਾ ਰਹੀ ਫਿਰ ਕੀ √3 ਫਿਰ ਕੀ 1 ਫਿਰ ਕੀ 1/√3 ਤੇ ਫਿਰ ਕੀ 0। 10 ਦੀ ਵੈਲਿਊ ਹੋ ਗਈ cot ਦੀ ਵੈਲਿਊ ਹੋ ਗਈ ਸਰ। cot ਤੋਂ ਬਾਅਦ ਸਾਡੇ ਕੋਲ secant ਕੀ ਹੁੰਦਾ ਆਪਣੇ ਕੋਲੇ secant ਹੁੰਦਾ ਜਿਹੜਾ ਉਹ cos ਦਾ ਉਲਟ ਹੁੰਦਾ ਯਾਨੀ 1/cos ਹੋਵੇ ਨਾ ਜੀ ਉਹਨੂੰ ਅਸੀਂ secant ਲਿਖ ਸਕਦੇ ਹਾਂ 1/cos ਨੂੰ ਅਸੀਂ secant ਲਿਖ ਸਕਦੇ ਹਾਂ ਬਰਾਬਰ ਹੁੰਦਾ ਹੈ 1/cos ਹੈ ਬਰਾਬਰ secant ਹੈ ਇਹਦਾ ਮਤਲਬ ਜੀ cos ਦੀ ਵੈਲਿਊ ਨੂੰ ਪਲਟ ਦਈਏ ਆਪਾਂ ਹੇਠਲਾ ਉੱਪਰ ਤੇ ਉੱਪਰ ਗੁਣਾਤਮਕ ਉਲਟ ਲਿਖ ਦਈਏ। ਗੁਣਾਤਮਕ ਉਲਟ ਸਮਝਦੇ ਮਲਟੀਪਲੀਕੇਟਿਵ ਇਨਵਰਸ ਕਹਿੰਦੇ ਜਿਹਨੂੰ ਆਪਾਂ ਉਹ ਕਰ ਦਈਏ ਇਹਨਾਂ ਦੇ ਤਾਂ ਆਪਣੇ ਕੋਲ ਇਹਦੀ ਵੈਲਿਊ ਆ ਜਾਊਗੀ। ਸੈਕ ਕੀ ਹੈ cos ਦਾ ਉਲਟ cos ਹੈ ਆਪਣੇ ਕੋਲ cos ਦੀ ਵੈਲਿਊ ਕੀ ਹੈ ਦੇਖੋ ਸਾਰੇ ਉਲਟ ਕਰ ਦੇਣੀ ਹੈ ਇਹਦੇ ਬਟਾ 1 ਲਾ ਦਿਓ ਆਪਣੇ ਕੋਲ ਨਹੀਂ ਹੈ ਤਾਂ ਕਿਸੇ ਕੋਲੇ ਆਪਣੇ ਕੋਲ 1/1 ਕੀ ਹੁੰਦਾ ਹੈ ਇਹਨੂੰ ਉਲਟਾ ਕਰ ਦਿਓ 2/√3 ਹੈ ਨਾ ਓਕੇ ਇਹਨੂੰ ਉਲਟਾ ਕਰ ਦਿਓ √2/1 ਲਿਖਣ ਦੀ ਲੋੜ ਨਹੀਂ 2/1 ਲਿਖਣ ਦੀ ਲੋੜ ਨਹੀਂ ਯਾਨੀ ਕਿ 2 ਹੀ ਇਹਨੂੰ ਉਲਟ ਕਰ ਦਿਓ ਬਟਾ 1 ਲਾ ਦਿਓ ਇਹਨੂੰ ਉਲਟ ਕਰ ਦਿਓ 1/0 ਬਟੇ 0 ਆ ਗਈ ਕੀ ਬਣ ਗਿਆ ਇਨਫਿਨਿਟੀ ਬਣ ਗਿਆ 1 ਕਰਕੇ ਕੀ ਬਣ ਗਿਆ ਇਨਫਿਨਿਟੀ ਬਣ ਗਿਆ ਕਲੀਅਰ ਇਨਫਿਨਿਟੀ ਬਣ ਗਿਆ। ਉਸ ਤੋਂ ਬਾਅਦ ਕੀ ਲਿਖਣਾ ਹੈ ਕੋਸੀਕੈਂਟ ਕੀ ਹੁੰਦਾ ਸਾਈਨ ਦਾ ਉਲਟ ਹੁੰਦਾ 1/sin ਚਾਹੇ ਤਾਂ ਸਾਈਨ ਨੂੰ ਪੁੱਠਾ ਕਰਕੇ ਲਿਖ ਦਿਓ ਹੇਠਲੇ ਨੂੰ ਉੱਪਰਲੇ ਨੂੰ ਨੀਚੇ ਜਾਂ ਫਿਰ ਉਦੋਂ ਸੌਖਾ ਲਿਖਣਾ ਤਾਂ ਕੋਸੀਕੈਂਟ ਨੂੰ ਪੁੱਠਾ ਲਿਖ ਦਿਓ ਕੋਸੀਕੈਂਟ ਨੂੰ ਪੁੱਠਾ ਲਿਖ ਦਿਓ ਉਹ ਕੀ ਹੈ ਇਨਫਿਨਿਟੀ। ਉਸ ਤੋਂ ਬਾਅਦ ਕੀ ਹੈ 2 ਅਗਲੀ ਵੈਲਿਊ 2 ਅਗਲੀ ਵੈਲਿਊ √2 ਅਗਲੀ ਵੈਲਿਊ 2/√3 ਅਗਲੀ ਵੈਲਿਊ ਸਾਡੇ ਕੋਲੇ ਇਹ ਸਾਡੇ ਕੋਲ ਪੂਰਾ ਟੇਬਲ ਹੋਊਗਾ। ਇਹਦੇ ਵਿੱਚ ਅਸੀਂ ਕਿਸੇ ਦੀ ਵੀ ਵੈਲਿਊ ਦੇ ਕੇ ਲਿਖ ਸਕਦੇ ਹਾਂ ਕਿਸੇ ਵੀ ਰੇਸ਼ੋ ਦੀ ਵੈਲਿਊ ਇਹ ਕੀ ਵੈਲਿਊ ਹੋਊਗੀ ਸਾਰੇ ਦੀ ਵੈਲਿਊ ਇਹ ਯਾਦ ਹੋਣਾ ਚਾਹੀਦਾ ਤੁਹਾਨੂੰ ਬਣਾਉਣਾ ਆਉਣਾ ਚਾਹੀਦਾ। ਦੁਬਾਰਾ ਫਿਰ ਮੈਂ ਇੱਕ ਵਾਰੀ ਰਿਪੀਟ ਕਰ ਦੇਣਾ ਕਿ ਕਿਵੇਂ ਬਣਾਇਆ ਗਿਆ। ਤਾਂ ਸ਼ੁਰੂਆਤ ਦੇ ਵਿੱਚ ਇਹਨੂੰ ਕਿਵੇਂ ਲਿਖਿਆ ਸੀ 0 1 2 3 4 ਸਾਰਿਆਂ ਦੇ ਵੱਡੇ 4 ਉੱਤੇ ਵਰਗਮੂਲ ਦਾ ਨਿਸ਼ਾਨ ਕੈਂਸਲ ਕਰਕੇ ਸਾਡੇ ਕੋਲ ਸਾਈਨ ਦੀ ਵੈਲਿਊ ਆ ਗਈ। ਸਾਈਨ ਦੀ ਵੈਲਿਊ ਨੂੰ ਪੁੱਠਾ ਲਿਖਤਾ cos ਦੀ ਵੈਲਿਊ ਆ ਗਈ। ਸਾਈਨ ਵਟੇ cos ਕਰਦਾ tan ਆ ਗਿਆ ਕਲੀਅਰ। ਇੱਥੇ ਕੋ ਮੂਰੇ ਲਿਖ ਲਓ ਸਾਈਨ ਵਟੇ cos ਹੁੰਦਾ ਹੈ ਸਾਈਨ ਵਟੇ cos ਹੁੰਦਾ ਹੈ ਤਾਂ tan ਬਣ ਗਿਆ ਸਾਡੇ ਕੋਲ ਠੀਕ ਹੈ। cot tan ਦਾ ਉਲਟਾ ਹੁੰਦਾ ਹੈ cot tan ਦਾ ਉਲਟਾ tan ਨੂੰ ਪੁੱਠਾ ਲਿਖਤਾ। secant cos ਦਾ ਉਲਟਾ ਹੁੰਦਾ ਹੈ 1/cos ਨੂੰ ਪੁੱਠਾ ਕਰਕੇ ਲਿਖਤਾ ਸਾਡੇ ਕੋਲ secant ਬਣ ਗਿਆ। 1/sin ਨੂੰ ਪੁੱਠਾ ਕਰਕੇ ਲਿਖਤਾ ਆਪਾਂ secant ਬਣ ਗਿਆ ਤਾਂ ਵੇ secant ਨੂੰ ਉਲਟਾ ਕਰਕੇ ਲਿਖੋ। ਸਾਰੇ ਰੇਸ਼ੋ ਵਿੱਚ ਆ ਗਏ ਸਾਰੇ ਯਾਦ ਹੋਣੇ ਚਾਹੀਦੇ। ਇਹਦੇ ਵਿੱਚ ਪੇਪਰ ਦੇ ਵਿੱਚ ਜ਼ਰੂਰ ਇਹਦੇ ਬਾਰੇ ਪੁੱਛਿਆ ਕਲੀਅਰ।
ਇਹ ਟੇਬਲ ਧਿਆਨ ਚ ਰਹਿ ਜੂਗਾ।